ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਗੱਲਬਾਤ ਕਰਨ ਜਾ ਰਹੇ ਹਾਂ ਤੇ ਤੁਹਾਨੂੰ ਇਨਫੋਰਮੇਸ਼ਨ ਮਿਲੇਗੀ ਕਿ ਹਾਲ ਹੀ ਵਿੱਚ ਜੋ ਚੇਂਜਸ ਲਿਆਏ ਗਏ ਨੇ ਟੈਂਪਰੇਰੀ ਫੋਰਨ ਵਰਕਰਸ ਦੇ ਸੰਬੰਧ ਵਿੱਚ। ਮਿਨਿਸਟਰ ਜੇਸਨ ਕੈਨੀ ਨੇ ਇਹ ਇਨਫੋਰਮੇਸ਼ਨ ਦਿੱਤੀ ਸੀ ਕਿ ਬਹੁਤ ਵੱਡੀ ਤਬਦੀਲੀ ਕੀਤੀ ਗਈ ਹੈ ਤਾਂ ਕਿ ਸਿਸਟਮ ਨੂੰ ਠੀਕ ਕੀਤਾ ਜਾ ਸਕੇ। ਇਸੇ ਸੰਬੰਧ ਵਿੱਚ ਅੱਜ ਗੱਲਬਾਤ ਕਰਨ ਲਈ ਮੇਰੇ ਕੋਲ ਸਟੂਡੀਓ ਵਿੱਚ ਪਹੁੰਚੇ ਹੋਏ ਨੇ ਮਨਜੀਤ ਸਿੰਘ ਢਿੱਲੋਂ, ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਸਪੋਕਸਪਰਸਨ ਨੇ। ਆਓ ਇਹਨਾਂ ਕੋਲੋਂ ਜਾਣਕਾਰੀ ਲੈਣੇ ਕਿ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ, ਕਿਹੜੇ ਇਖਤਿਆਰ ਤੁਹਾਡੇ ਕੋਲ ਹੋਣਗੇ ਜੇਕਰ ਕਿਤੇ ਕੋਈ ਐਕਸਪਲੋਇਟੇਸ਼ਨ ਨਜ਼ਰ ਆਉਂਦੀ ਹੈ, ਤੁਸੀਂ ਕੀ ਆਪਣਾ ਰੋਲ ਨਿਭਾ ਸਕਦੇ ਹੋ ਤੇ ਇਹ ਸਾਰੀ ਚੇਂਜਸ ਦੇ ਨਾਲ ਕਿਵੇਂ ਇਹ ਸਿਸਟਮ ਬੈਟਰ ਹੋਏਗਾ। ਸਵਾਗਤ ਕਰਦੇ ਹਾਂ ਮਨਜੀਤ ਸਿੰਘ ਢਿੱਲੋਂ ਦਾ। ਜੀ ਹਾਂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਜੀ। ਥੈਂਕ ਯੂ। ਸੋ ਇਹ ਕਿਹੜੇ ਚੇਂਜਸ ਨੇ ਜੀ ਮੇਜਰ, ਸਾਨੂੰ ਦੱਸੋ ਕਿ ਅੱਜ ਵਿਸਥਾਰ ਵਿੱਚ ਕਿ ਕੀ ਕੀਤਾ ਗਿਆ ਚੇਂਜ। ਪਹਿਲੀ ਗੱਲ ਤਾਂ ਵੀਰ ਜੀ ਮੈਂ ਤੁਹਾਨੂੰ ਨੰਬਰ ਦੱਸਣਾ ਚਾਹੁੰਦਾ ਵੀ ਇਟਸ ਨਾਟ ਅ ਬਿਗ ਨੰਬਰ। ਸਾਰੇ 31099 ਜੀ ਬੰਦੇ ਆ ਜਿਨ੍ਹਾਂ ਨੂੰ ਇਫੈਕਟ ਕਰ ਰਿਹਾ ਸਾਰੇ ਕੰਟਰੀ 'ਚ। ਓਕੇ। BC 'ਚੋਂ ਇਹ ਨੰਬਰ ਹੈਗਾ 5227। ਓਕੇ। ਹਾਂਜੀ। ਅਲਬਰਟਾ 'ਚੋਂ ਇਹ ਹੈਗਾ 14307। ਬਾਕੀ ਸ਼ਹਿਰਾਂ 'ਚ ਕਿਸੇ 600 ਹੈ, ਕਿਸੇ ਪ੍ਰਾਂਸਾਂ 'ਚ ਕਿਸੇ 600 ਹੈ, ਕਿਸੇ 700 ਹੈ, ਕਿਸੇ 1000 ਹੈ। 10 ਵਰਡ ਇਸ ਨਾਲ ਬਿਗ ਡੀਲ। ਰਾਈਟ। NDP ਨੇ ਰੌਲਾ ਪਾਇਆ ਹੈ। ਮੈਂ ਤਾਂ ਉਹਨਾਂ ਨੂੰ ਹੱਸ ਕੇ ਕਹਿਣਾ ਹੁੰਦਾ ਵੀ ਜਿੰਨੇ ਕਿ ਤੁਸੀਂ ਸਾਨੂੰ ਪਾਰਲੀਮੈਂਟ 'ਚ ਸਾਡੇ ਪਾਰਲੀਮੈਂਟ ਨੂੰ ਪੈਸੇ ਉਹ ਕਰਦੇ ਹੋ ਉਨੇ ਕੀ ਬੰਦੇ ਇਹ ਹੋਏ ਆ ਅਤੇ ਮਤਲਬ ਕਿ ਇਸ ਨਾਲ ਬਿਗ ਰੈਕਟ। ਇਹ ਜੇ ਥੋੜ੍ਹੀ ਵਾਲੀ ਪ੍ਰੋਬਲਮ ਆਈ ਸੀ ਮੈਕਡੋਨਲਡ ਦੀ ਆਈ ਸੀ, ਹੋਰ RBC ਦੀ ਆਈ ਸੀ। ਜਦੋਂ ਮੈਂ ਅੱਗੇ ਵੀ ਕਿਹਾ ਵੀ ਜੇ ਡਾਕਟਰ ਨੂੰ ਬਿਮਾਰੀ ਦਾ ਪਤਾ ਲੱਗੂ ਤਾਂ ਡਾਕਟਰ ਤਾਂ ਉਹਦਾ ਇਲਾਜ ਕਰੂ। ਇਸ ਕਰਕੇ ਗੌਰਮੈਂਟ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾਲ ਦੀ ਨਾਲ ਦੇ ਕਲੋਜ਼ ਦਾ ਲੂਪ ਹੋਲਸ। ਹੁਣ ਮੈਂ ਤੁਹਾਨੂੰ ਇਹਦੀ ਇਨਫੋਰਮੇਸ਼ਨ ਦਿੰਦਾ ਵੀਰ ਜੀ। ਪਹਿਲੀ ਗੱਲ ਤਾਂ ਮੈਂ ਦਿੰਦਾ ਵੀ ਜੇ ਕਿਸੇ ਨੂੰ ਕੋਈ ਫਰਾਡ ਲੱਗਦਾ ਨਾ ਕਿਸੇ ਕਿਸਮ ਦਾ ਵੀ ਕਿਤੇ ਹੋ ਰਿਹਾ ਹੈ, ਮੈਂ ਨੰਬਰ ਦੇਣ ਲੱਗਿਆ, ਮੈਂ ਤੁਹਾਨੂੰ ਰਿਪੀਟ ਕਰਦਾ ਪੰਜਾਬੀ ਤੇ ਇੰਗਲਿਸ਼ ਵੀ। 1866 602 9448। ਅੱਛਾ ਜੀ। 1-866 602 9448 ਤੇ ਫੋਨ ਕਰੋ ਜੀ। ਤੁਹਾਨੂੰ ਕੋਈ ਆਪਦੀ ਇਨਫੋਰਮੇਸ਼ਨ ਛੱਡਣ ਦੀ ਲੋੜ ਨਹੀਂ। ਇਹ ਸਭ ਵੌਇਸ ਮੇਲ। ਤੁਸੀਂ ਸਿਰਫ ਵੌਇਸ ਮੇਲ ਤੇ ਮੈਸੇਜ ਛੱਡਣਾ ਜੇ ਕਿਤੇ ਤੁਹਾਨੂੰ ਫਰਾਡ ਦਿੰਦਾ ਜਾਂ ਤੁਹਾਡੇ ਨਾਲ ਫਰਾਡ ਹੋ ਰਿਹਾ ਹੈ। ਗਵਰਨਮੈਂਟ ਵਿਲ ਟੇਕ ਅ ਇਮੀਡੀਏਟ ਐਕਸ਼ਨ। ਇਹ ਗਵਰਨਮੈਂਟ ਦਾ ਪ੍ਰੋਮਿਸ ਹੈ ਜੀ। ਠੀਕ ਹੈ। ਦੂਜੀ ਗੱਲ ਵੀਰ ਜੀ, ਗਵਰਨਮੈਂਟ ਨੇ ਕਿਹਾ ਵੀ ਜੇ ਕਿਸੇ ਵੱਡੇ ਸ਼ਹਿਰ 'ਚ ਵੈਨਕੂਵਰ ਲੈ ਲਓ, ਟੋਰਾਂਟੋ ਲੈ ਲਓ, ਜਿੱਥੇ ਕਿਤੇ ਵੀ 6% ਤੋਂ ਉੱਪਰ ਅਨਪਲੋਇਮੈਂਟ ਹੈ ਜੀ, ਉੱਥੇ ਇਹ ਕੰਮ ਨਹੀਂ ਕਰੂਗਾ। ਹੁਣ ਉਹ ਤੁਸੀਂ ਅਪਲਾਈ ਫੋਰਨ ਵਰਕਰਸ ਨਹੀਂ ਆਉਣਗੇ ਜੀ। LMO ਤੁਸੀਂ ਅਪਲਾਈ ਨਹੀਂ ਕਰ ਸਕਦੇ। ਉਹ ਉਹਨਾਂ ਨੇ ਟੋਟਲੀ ਲਿਮਿਟਡ ਕਰਤਾ। ਇਹ ਪ੍ਰੋਬਲਮ ਫੋਰਨ ਵਰਕਰ ਦੀ ਵੀਰ ਜੀ ਹੈ ਛੋਟੇ ਸ਼ਹਿਰਾਂ 'ਚ। ਮੈਂ ਖੁਦ ਬਿਜ਼ਨਸਮੈਨ ਹਾਂ। ਮੈਂ ਕੈਮਲੂਪਸ ਦੇ ਪਾਲੇ ਪਾਸੇ ਮੇਰੇ ਬਿਜ਼ਨਸ ਆ, ਉੱਥੇ ਬੜੀ ਤੰਗੀ ਆ ਰਹੀ ਹੈ। ਹਾਲਾਂਕਿ ਮੇਰੇ ਕੋਲ ਤਾਂ ਕੋਈ ਇਹ ਕੰਮ ਕਰਦਾ ਨਹੀਂ। ਹੋਟਲਾਂ 'ਚ ਮੋਟਲਾਂ 'ਚ ਸਾਡੇ ਲੋਕਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ। ਮੇਰੇ ਕੋਲ ਸਸਕੈਚੁਅਨ 'ਚ ਵੀ ਬਿਜ਼ਨਸ ਹੈ ਜੀ। ਮੈਂ ਉੱਥੋਂ ਹੀ ਆਇਆ 2 ਦਿਨ ਪਹਿਲਾਂ। ਉੱਥੇ ਤਾਂ ਐਡਾ ਬੁਰਾ ਹਾਲ ਆ ਭਾਜੀ। ਟਿਮ ਹੋਟਲ 'ਚ ਵੱਡੇ ਸਾਈਨ ਲੱਗੇ ਹੋਏ, ਤੁਹਾਡਾ ਰੈਂਟ ਵੀ 1 ਮਹੀਨੇ ਦਾ ਪੇ ਕਰਦੇ ਆ। ਇਹ ਜੋ ਲੋਕ ਆਨੈਸਟਲੀ ਇਟਸ ਦੈਟ ਬੈਡ ਦੇਅਰ। ਤੁਸੀਂ ਯਾਰਕਟਨ ਜਾ ਕੇ ਵੇਖੋ, ਤੁਸੀਂ ਐਸਟਾਵੈਨ ਜਾ ਕੇ ਵੇਖੋ, ਬੇਵਨ ਜਾ ਕੇ ਵੇਖੋ, ਬਹੁਤ ਬੁਰਾ ਹਾਲ ਆ ਉੱਥੇ। ਅੱਛਾ, ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਜੀ ਕਿ ਤੁਸੀਂ ਹੁਣੀ ਜ਼ਿਕਰ ਕੀਤਾ ਸੀ ਆਪੋਜੀਸ਼ਨ ਦਾ, ਤੇ ਉਹ ਕਹਿੰਦੇ ਨੇ ਕਿ ਜੀ ਕੈਨੇਡੀਅਨਸ ਨੂੰ ਫਸਟ ਓਪਰਚੁਨਿਟੀ ਮਿਲਣੀ ਚਾਹੀਦੀ ਹੈ। ਤੇ ਕੀ ਕੈਨੇਡੀਅਨਸ ਜਿਹੜੇ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਇਹਨਾਂ ਸ਼ਹਿਰਾਂ ਦੇ ਵਿੱਚ ਇੰਨੀ ਜੇ ਕਮੀ ਹੈ, 1-1 ਮਹੀਨੇ ਦਾ ਜੇ ਉਹ ਰੈਂਟ ਦੇਣ ਨੂੰ ਵੀ ਤਿਆਰ ਨੇ, ਆਫ ਕੋਰਸ ਸੈਲਰੀ ਵੀ ਵਧੀਆ ਦੇਣਗੇ, ਤਾਂ ਮੈਨੇ ਜੀ ਇਹ ਦੱਸੋ ਕਿ ਇਹ ਕੈਨੇਡੀਅਨਸ ਫਿਰ ਕਿਉਂ ਨਹੀਂ ਉੱਥੇ ਜਾ ਕੇ ਕੰਮ? ਭਾਜੀ ਕੋਈ ਮੂਵ ਨਹੀਂ ਹੋ ਰਿਹਾ। ਮੈਂ ਤੁਹਾਨੂੰ ਥੋੜੀ ਜਿਹੀ ਐਗਜ਼ਾਮਪਲ ਦੇਣਾ। ਯਾਰਕਟਨ 'ਚ ਅੱਜ ਤੋਂ 4-5 ਸਾਲ ਪਹਿਲਾਂ ਸਿਰਫ 1 ਹੋਟਲ ਸੀ। ਅੱਜ ਭਾਜੀ ਉੱਥੇ 9 ਹੋਟਲ ਆ। ਹਾਲਡੇ ਇਨ ਐਕਸਪ੍ਰੈਸ ਨਵੀਂ ਬਣੀ ਆ, ਮੈਂ ਉਹ 'ਚ ਰਾਤ ਕੱਟ ਕੇ ਆਇਆ। 92 ਕਮਰੇ, 1 ਕਮਰਾ ਖਾਲੀ ਸੀ। ਉਹਨਾਂ ਦਾ ਐਡਾ ਬੁਰਾ ਹਾਲ ਸੀ, ਉਹਨਾਂ ਨੂੰ ਬੰਦੇ ਨਹੀਂ ਸੀ ਮਿਲ ਰਹੇ। ਕਿਉਂਕਿ ਛੋਟੇ ਸ਼ਹਿਰਾਂ 'ਚ ਅਸੀਂ ਵਿਨਿਪੈਗ ਤੋਂ ਟੋਰਾਂਟੋ ਮੂਵ ਹੋ ਜਾਂਗੇ, ਵੈਨਕੂਵਰ ਹੋ ਜਾਂਗੇ, ਰਜਾਈਨਾ ਨਹੀਂ ਮੂਵ ਹੁੰਦੇ। ਹਾਂਜੀ। ਵੈਸੇ ਰਜਾਈਨਾ ਦੀ ਬੜੀ ਚੜ੍ਹਾਈ ਹੋਈ ਆ। ਤੁਸੀਂ ਜੇ ਕੋਈ ਪਹਿਲਾਂ 4-5 ਸਾਲ ਜਾ ਕੇ ਹੁਣ ਜਾ ਕੇ ਬੜਾ ਫਰਕ ਪਿਆ। ਸੋ ਬੇਸਿਕਲੀ ਟੈਂਪਰੇਰੀ ਫੋਰਨ ਵਰਕਰਸ ਦਾ ਕਨਸੈਪਟ ਲਿਆਉਣ ਦਾ ਮਕਸਦ ਇਹ ਹੈਗਾ ਕਿ ਉਹਨਾਂ ਨੂੰ ਇਹਨਾਂ ਸ਼ਹਿਰਾਂ 'ਚ ਭੇਜਿਆ ਜਾਏ ਤਾਂ ਕਿ ਇਹ ਜਿਹੜੇ ਕਮੀ ਹੈਗੀ ਪੂਰੀ ਹੋ ਸਕੇ। ਹਾਂਜੀ। ਮਤਲਬ ਕਿ ਲੋ ਵੇਜਸ ਤੇ ਭਾਜੀ ਆਪਣੇ ਵੀ ਅਗਲੇ ਕੰਮ ਨਹੀਂ ਕਰਦੇ। ਸਸਕੈਚੁਅਨ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਿਆ। ਆਪਣੇ ਇੱਕ ਮੇਰਾ ਫਰੈਂਡ ਆ, ਉਹਨੇ ਇੱਥੇ ਜੀ ਉਹਦਾ ਗ੍ਰੀਨ ਹਾਊਸ ਸੀ, ਉਹਨੇ ਬੰਦੇ ਮੰਗਾਏ ਜੀ 12 ਬੰਦੇ ਉਹਦੇ ਕੋਲੇ ਆ ਗਏ। ਮੈਂ ਕੰਟਰੀ ਦਾ ਨਾਂ ਨਹੀਂ ਲੈਣਾ। ਉਹ 2 ਮਹੀਨੇ ਉਹਨੇ ਬੜਾ ਸੋਹਣਾ ਕੰਮ ਕੀਤਾ। ਉਹ ਉਹਨਾਂ ਨੂੰ ਉਹਨਾਂ ਤੇ ਟਰਸਟ ਹੋ ਗਿਆ। ਇੱਕ ਦਿਨ ਉਹ ਰੱਬੀ ਕਹਿਣ ਤੇ ਉਹਨਾਂ ਕੋਲੇ ਨਾ ਉਹਨੇ ਆਪਦਾ ਪਹਿਰੇਦਾਰ ਛੱਡਿਆ। ਅਗਲੇ ਦਿਨ ਤੜਕੇ 6 ਬੰਦੇ ਸਸਕੈਚੁਅਨ ਭੱਜ ਗਏ ਜੀ। ਹਾਂਜੀ। ਕਿਉਂਕਿ ਉੱਥੇ ਚੰਗੀਆਂ ਵੇਜਸ ਮਿਲਦੀਆਂ ਸੀ। ਹਾਂਜੀ। ਇਹ ਟਰਾਂਸਫਰ ਵੀ ਹੁਣ ਭਾਜੀ ਇਮੀਗ੍ਰੇਸ਼ਨ ਕੰਸਲਟੈਂਟ ਵੀ ਸਾਡੇ ਇਹ 'ਚ ਹੈਲਪ ਕਰਦੇ ਆ ਵੀ ਲਿਆ $150-200 ਤੈਨੂੰ ਮੈਂ ਟਰਾਂਸਫਰ ਕਰ ਦੇਣਾ। ਜੋਬ ਇਹਨਾਂ ਸਟੂਡੈਂਟਸ ਨਾਲ ਵੀ ਸਾਡੇ ਨਾਲ ਇਹੀ ਹੋ ਰਿਹਾ ਭਾਜੀ। ਸਾਡਾ ਅਬਿਊਜ਼ ਸਿਸਟਮ ਗੌਰਮੈਂਟ ਨਹੀਂ ਕਰ ਰਹੀ। ਇਹ ਜਿਹੜੇ ਫੋਰਨ ਵਰਕਰ ਨੂੰ ਲੈ ਕੇ ਆਉਂਦੇ ਆ ਜਾਂ ਉਹ ਕਰਦੇ ਆ ਭਾਜੀ, ਉਹ ਵੀ ਕਰ ਰਹੇ ਨੇ। ਸੋ ਉਹਦੇ ਵਾਸਤੇ ਜਿਹੜਾ ਤੁਸੀਂ ਨੰਬਰ ਦਿੱਤਾ ਸੀ 1-800 ਵਾਲਾ, ਇਹ ਨੰਬਰ ਹੈਗਾ। ਜੇਕਰ ਇਹ
ਇਮੀਗ੍ਰੇਸ਼ਨ ਕੰਸਲਟੈਂਟਸ ਜਾਂ ਕੋਈ ਵੀ ਵਿਅਕਤੀ ਜਿਹੜਾ ਕਿ ਅਬਿਊਜ਼ ਕਰ ਰਿਹਾ ਜਾਂ ਅਬਿਊਜ਼ ਹੋ ਰਿਹਾ ਹੈ ਉਹ ਇਸ ਨੰਬਰ ਤੇ ਫੋਨ ਕਰ ਸਕਦਾ ਜੀ, ਤੇ ਨਾਲ ਦੀ ਨਾਲ ਉਹਦਾ ਨਾਂ ਨਹੀਂ ਲਿਆ ਜਾਓ, ਉਹਨੂੰ ਉਹਦੇ ਤੇ ਐਕਸ਼ਨ ਲਿਆ ਜਾਓ। ਦੂਜੀ ਗੱਲ ਭਾਜੀ, ਗਵਰਨਮੈਂਟ ਨੇ ਵਾਅਦਾ ਕੀਤਾ ਵੀ ਆ ਗਾਂ ਵਾਲੇ 4 ਸਾਲਾਂ 'ਚ ਆਲਮੋਸਟ ਐਵਰੀਬਾਡੀ ਜਿਹਨੇ ਅਪਲਾਈ ਕੀਤਾ ਉਹਦੀ ਇਨਵੈਸਟੀਗੇਸ਼ਨ ਹੋਊ। ਇੱਥੋਂ ਤੱਕ ਵੀ ਗਵਰਨਮੈਂਟ ਨੇ ਕਿਹਾ ਵੀ ਅਸੀਂ 6 ਸਾਲ ਤੱਕ ਬੈਕ ਜਾ ਸਕਦੇ ਹਾਂ। ਹਾਂਜੀ, ਕਿਸੇ ਨੇ ਗਲਤ ਉਹ ਕੀਤਾ ਹੈ ਯੂ ਫਾਈਨਡ ਅਪ ਟੂ $100,000 ਇੰਪਲੋਇਰ $100,000 ਤੱਕ ਫਾਈਨ ਹੋਊ। ਬੜੇ ਸਟਰੋਂਗ ਰੀਜਨ ਲੈ ਕੇ। ਤੀਜੀ ਗੱਲ ਮੈਂ ਦੱਸਣ ਲੱਗਿਆ ਭਾਜੀ, ਗਵਰਨਮੈਂਟ ਨੇ ਕੀਤਾ ਅਗਲੇ ਸਾਲ 30% ਘੱਟ ਕਰ ਦੇਣੇ, ਉਦੋਂ ਅਗਲੇ ਸਾਲ 20% ਹੋਰ ਘੱਟ ਕਰ ਦੇਣੇ ਆ। ਇਹ ਕਰਦੇ ਕਰਾਉਂਦੇ ਜੀ 3 ਸਾਲਾਂ 'ਚ ਆਲਮੋਸਟ ਗੋਨ ਗੈਟ ਐਲੀਮੀਨੇਟਡ। ਹਾਂਜੀ, ਇਹ ਇਟਸ ਨਾਟ ਅ ਬਿਗ ਥਿੰਗ। ਹਾਂਜੀ, ਬਾਕੀ ਜੇ ਸਾਡੇ ਪਾਰਟੀ ਬੇਸ ਤੇ ਤੁਸੀਂ ਵੇਖੋ ਭਾਜੀ, ਜੋ ਸਟੂਡੈਂਟ ਫੋਰਨ ਸਟੂਡੈਂਟ ਲੈ ਲਓ ਤੁਸੀਂ, 1988 ਚ 158,000 ਸਟੂਡੈਂਟ ਆਇਆ ਸੀ ਸਾਰਾ, 1,58,507। ਸਾਡੀ ਗਵਰਨਮੈਂਟ ਨੇ ਟੇਕ ਓਵਰ ਕਰਕੇ ਭਾਜੀ ਇਹਨੂੰ ਆਲਮੋਸਟ 301,000 ਤੇ ਪਹੁੰਚ ਚੁੱਕਿਆ ਹੈ ਸਟੂਡੈਂਟਸ ਆ ਰਹੇ। ਹਾਂਜੀ, ਜਿਹੜੀ ਨੈਟ ਇਮੀਗ੍ਰੇਸ਼ਨ ਹੈ, ਮਤਲਬ ਕਿ ਪਿਛਲੇ 6 ਸਾਲ ਜਾ ਕੇ ਵੇਖ ਲਓ ਜਿੱਥੋਂ ਦਾ ਕੰਸਰਵੇਟਿਵ ਗਵਰਨਮੈਂਟ ਆਈ ਹੈ, ਹਰੇਕ ਚੀਜ਼ 'ਚ ਵਾਧਾ ਹੋਇਆ। ਪਰ ਇਹਦੇ ਵਿੱਚ ਜੀ ਅਗੇਨ ਆਪੋਜੀਸ਼ਨ ਜੋ ਇਹ ਦੋਸ਼ ਲਾਉਂਦੀ ਤੁਹਾਡੇ ਉੱਤੇ ਕਿ ਜੀ ਤੁਸੀਂ ਇਮੀਗ੍ਰੇਸ਼ਨ ਰੋਕਤੀ ਹੈਗੀ ਹੈ, ਆંકੜੇ ਜਿਹੜੇ ਨੇ ਕੀ ਉਹ ਦੱਸਣੇ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਪਿਛਲੇ 6 ਸਾਲਾਂ ਦੇ ਵਿੱਚ ਇਹ ਕੰਟੀਨਿਊਸ ਗਰੋਥ ਹੋ ਰਹੀ ਹੈ ਭਾਜੀ। ਹਰੇਕ ਸਾਲ 30 ਤੋਂ 35,000 ਬੰਦੇ ਦੀ ਐਕਸਟਰਾ ਆਉਣ ਦਾ ਹੋ ਰਿਹਾ। ਕੋਈ ਸਾਡਾ ਪਿਛਲਾ ਰੈਕਡ ਕੱਢ ਕੇ ਵੇਖ ਲਓ, ਜਿੱਥੋਂ ਫਸਟ ਮੈਂ ਤੁਹਾਨੂੰ ਕਲੀਅਰੈਂਸ ਕਰਦਾ, ਜਿਹੜਾ ਇਹ ਫੋਰਨ ਵਰਕਰ ਟ੍ਰੇਡਸ ਫੋਰਨ ਵਰਕਰਸ ਕੀਤਾ ਸੀ, ਇਹ ਅਸੀਂ ਨਹੀਂ ਸ਼ੁਰੂ ਕੀਤਾ, 2002 ਤੋਂ ਲਿਬਰਲ ਗਵਰਨਮੈਂਟ ਨੇ ਸ਼ੁਰੂ ਕੀਤਾ ਸੀ, ਉੱਥੋਂ ਸ਼ੁਰੂ ਹੋਇਆ। ਅਸੀਂ ਤਾਂ ਇਹਨੂੰ ਪਿਕਅਪ ਕਰਕੇ ਜਿਉਂ-ਜਿਉਂ ਇਹਦੀ ਡਿਮਾਂਡ ਵੱਧਦੀ ਗਈ, ਕਿਉਂ ਗਵਰਨਮੈਂਟ ਨੇ ਇਹਨੂੰ ਅੱਗੇ ਕਰਦੇ ਗਏ। ਹਾਂਜੀ, ਇਸੇ ਤਰ੍ਹਾਂ ਇਮੀਗ੍ਰੇਸ਼ਨ ਹੈ। ਹੁਣ ਭਾਜੀ ਜੋ ਲਿਬਰਲ ਪਾਰਟੀ ਤੋਂ ਟੇਕ ਓਵਰ ਕੀਤਾ, 8 ਲੱਖ ਬੰਦੇ ਦੇ ਬੈਕਲਾਗ ਸੀ ਜੀ, ਉਹਨੂੰ ਕਲੀਅਰ ਕਰਨ ਲਈ ਗਵਰਨਮੈਂਟ ਨੇ ਕਿਹਾ ਵੀ ਤਾਂ ਕਿ ਕਿਸੇ ਦੇ ਮਾਪਿਓ ਦਾਦਾ ਦਾਦੀ ਨਾ ਪਿੱਛੇ ਰਹਿਣ, ਸੁਪਰ ਵੀਜ਼ਾ ਲਿਆਂਦਾ ਵੀ ਤੁਸੀਂ ਜੇ ਮਿਲਣਾ ਹੀ ਹੈ ਤੁਸੀਂ ਉਹਨਾਂ ਨੂੰ ਉਸ ਤਰੀਕੇ ਨਾਲ ਲਿਆਓ। ਉਹਨੇ ਚਿਰ 'ਚ ਅਸੀਂ ਇਹਨੂੰ ਕਲੀਅਰ ਕਰਦੇ ਹਾਂ ਜਿੰਨਾ ਹੋ ਸਕਿਆ, ਕਲੀਅਰ ਕਰਕੇ ਦੁਆਰੇ ਹੁਣ 5,000 ਲਿਮਟ 10,000 ਲਿਮਟ ਕਰਕੇ ਆਏ ਸਾਲ ਉੱਥੇ ਫਿਰ ਆ ਜਾਣਾ ਜੀ। ਪਰ ਇਸ ਕੰਟਰੀ ਨੂੰ ਭਾਜੀ ਇਸ ਵਕਤ ਵਰਕਰਾਂ ਦੀ ਲੋੜ ਹੈ, ਕੁਆਲੀਫਾਈਡ ਵਰਕਰਾਂ ਦੀ ਲੋੜ ਹੈ, ਨਾ ਕਿ ਮਤਲਬ ਕਿ ਕੁਇਕਲੀ ਫੋਰਨ ਵਰਕਰ ਦੀ ਲੋ ਸਕਿੱਲ ਦੇ ਦੀ। ਜਿਹੜੇ ਫੋਰਨ ਵਰਕਰ ਹਾਈ ਸਕਿੱਲ ਦੇ ਇੰਜੀਨੀਅਰ ਡਾਕਟਰ ਕੋਈ ਆ ਰਿਹਾ ਭਾਜੀ, ਨਰਸਾਂ ਆ ਰਹੀਆਂ, ਉਹਨਾਂ ਤੇ ਕੋਈ ਰੈਸਟ੍ਰਿਕਸ਼ਨ ਨਹੀਂ, ਉਹ ਆ ਰਹੇ ਆ, ਉਹਨੇ ਗਵਰਨਮੈਂਟ ਨੇ ਕੋਈ ਉਹਤੇ ਸਟਾਪ ਨਹੀਂ ਲਾਇਆ। ਜਿੰਨੇ ਫਾਰਮਰ ਵਰਕਰ ਹੈ ਉਹਨਾਂ ਤੇ ਕੋਈ ਸਟਾਪੇਜ ਨਹੀਂ। ਨੈਨੀ ਕੇਅਰ ਵਰਕਰ ਹੈ, ਜਿਹੜੀ ਨੈਨੀ ਕੇਅਰ ਹੈ ਉਹ ਤੇ ਕੋਈ ਨਹੀਂ, ਕੇਅਰ ਟੇਕਰ ਵਰਕਰ ਤੇ ਕੋਈ ਸਟਾਪੇਜ ਨਹੀਂ ਲਾਇਆ। ਇਹ ਸਿਰਫ ਜਿੱਦਾਂ ਮੈਂ ਤੁਹਾਨੂੰ ਦੱਸ ਕੇ ਰਿਹਾ, ਸਿਰਫ 39,000 ਬੰਦਾ ਹੈ ਤੇ ਇਹਦੇ ਤੇ ਕੱਟ ਕਟਈਆ ਕਰਕੇ ਇਹਦਾ ਵੱਡਾ ਰੌਲਾ ਵੱਡਾ ਪਾਇਆ ਹੈ, ਕੁਛ ਨਹੀਂ ਇੰਨੇ ਪ੍ਰੋਬਲਮ। ਹਾਂਜੀ, ਤੇ ਇਹਨੂੰ ਵੀ ਸਾਡੇ ਮਿਨਿਸਟਰ ਸਾਹਿਬ ਰੈਕਟੀਫਾਈ ਕਰ ਰਹੇ ਆ। ਕਿਸੇ ਨੂੰ ਕੋਈ ਪ੍ਰੋਬਲਮ ਹੈ ਤੁਸੀਂ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ। ਇਹ ਸਾਰਾ ਇਹਦੇ ਬਾਰੇ ਜੀ ਅਗੇਨ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਐਜੂਕੇਟਡ ਲੋਕ ਜਦੋਂ ਆਉਣਗੇ ਉਹ ਕੰਟਰੀਬਿਊਟ ਕਰਨਗੇ। ਨੋ ਡਾਊਟ ਪੇਰੈਂਟਸ ਗ੍ਰੈਂਡ ਪੇਰੈਂਟਸ ਬਹੁਤ ਜ਼ਰੂਰੀ ਨੇ। ਇੱਕ ਫੈਮਿਲੀ ਜਦੋਂ ਸਟਰੋਂਗ ਹੁੰਦੀ ਹੈ ਤਾਂ ਘਰ ਸਟਰੋਂਗ ਹੋਏਗਾ ਤਾਂ ਸਟੇਟ ਸਟਰੋਂਗ ਹੋਏਗੀ ਤਾਂ ਦੇਸ਼ ਸਟਰੋਂਗ ਹੋਏਗਾ। ਪਰ ਉਸ ਦੇ ਨਾਲ ਨਾਲ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਪੋਲੀਟਿਕਸ ਦੀ ਗੱਲ ਕਰਦੇ ਹਾਂ, ਅੱਜ ਇੱਕ ਪੋਲੀਟਿਕਸ ਵੱਖਰੇ ਕਿਸਮ ਦੀ ਜੋ ਹੈ ਉਹ ਇੱਥੇ ਵੀ ਆ ਗਈ। ਹਿੰਦੁਸਤਾਨ ਦੀ ਪੋਲੀਟਿਕਸ ਦਾ ਬੜਾ ਇੰਪੈਕਟ ਇੱਥੇ ਪੈ ਰਿਹਾ। ਇਹਦੇ ਬਾਰੇ ਮੈਂ ਤੁਹਾਡੇ ਵਿਚਾਰ ਲੈਣਾ ਚਾਹਾਂਗਾ ਇਸ ਬ੍ਰੇਕ ਤੋਂ ਬਾਅਦ ਕਿ ਕਿਸ ਤਰੀਕੇ ਨਾਲ ਜੋ ਤੁਸੀਂ ਦੇਖ ਰਹੇ ਹੋ, ਕਿਉਂਕਿ ਤੁਹਾਡਾ ਕੋਈ ਪੋਲੀਟੀਕਲ ਐਸਪੀਰੇਸ਼ਨ ਨਹੀਂ ਹੈਗਾ ਕਿ ਤੁਸੀਂ ਕੋਈ ਪੋਸਟ ਲੈਣੀ ਹੈ। ਸੋ ਮੈਂ ਆਸ ਕਰਨਾ ਕਿ ਤੁਸੀਂ ਜੋ ਹਕੀਕਤ ਹੈ ਉਹ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਕਿ ਐਗਜ਼ੈਕਟਲੀ ਹੋ ਕੀ ਰਿਹਾ ਹੈ ਤੇ ਕਿਸ ਤਰੀਕੇ ਨਾਲ ਜੋ ਲੋਕ ਨੇ ਉਹ ਸਮਝ ਕੇ, ਕਿਉਂਕਿ ਅਲਟੀਮੇਟਲੀ ਕੈਨੇਡਾ ਸਾਡਾ ਮੁਲਕ ਹੈ, ਪਰ ਇਹ ਇੱਕ ਜਜ਼ਬਾ ਜਿਹੜਾ ਹੈ ਇਹ ਕਿਵੇਂ ਉਜਾਗਰ ਹੋਵੇ, ਕਿਉਂਕਿ ਅਲਟੀਮੇਟਲੀ ਰਹਿਣਾ ਅਸੀਂ ਇੱਥੇ ਹੈ, ਕਮਾਉਣਾ ਅਸੀਂ ਇੱਥੇ ਹੈ, ਖਰਚਣਾ ਇੱਥੇ ਹੈ, ਸਾਡੇ ਬੱਚਿਆਂ ਨੇ ਇੱਥੇ ਲੈਣਾ ਹੈ। ਕਿਹੋ ਜਿਹੀ ਅਸੀਂ ਲੈਗੇਸੀ ਛੱਡ ਕੇ ਜਾਈਏ ਕਿ ਕਮਿਊਨਿਟੀ ਇਸ਼ੂਜ਼, ਕਮਿਊਨਿਟੀ ਦੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਅਸੀਂ ਉਭਾਰ ਸਕੀਏ, ਉਹਨਾਂ ਨੂੰ ਅਸੀਂ ਸੋਲਵ ਕਰਵਾ ਸਕੀਏ। ਲੇਕਿਨ ਅੱਜ ਇਹ ਹੋ ਰਿਹਾ ਹੈ ਕਿ ਕਮਿਊਨਿਟੀ ਦਾ ਨਾਂ ਤਾਂ ਵਰਤਿਆ ਜਾਂਦਾ ਹੈ, ਪਰ ਕੋਈ ਵੀ ਵਿਅਕਤੀ ਜਦੋਂ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਹੈ ਤਾਂ ਫਿਰ ਕਮਿਊਨਿਟੀ ਪਿੱਛੇ ਹਟ ਜਾਂਦੀ ਹੈ, ਉਹ ਇਸ਼ੂਜ਼ ਮੁੱਕ ਜਾਂਦੇ ਨੇ ਤੇ ਉਹ ਸਿਰਫ ਵਿਅਕਤੀਗਤ ਤੌਰ ਤੇ ਗੱਲਾਂ ਰਹਿ ਜਾਂਦੀਆਂ। ਇਸ ਬਾਰੇ ਗੱਲ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਥੈਂਕ ਯੂ ਜੀ। ਕਾਰ ਐਕਸੀਡੈਂਟ ਵਿੱਚ ਲੱਗੀਆਂ ਸੱਟਾਂ ਤਾਂ ਜ਼ਿੰਦਗੀ ਤਬਾਹ ਕਰ ਸਕਦੀਆਂ। ਫਿਰ ਵੀ ਪਤਾ ਨਹੀਂ ਕਿਉਂ ਤੁਸੀਂ ਸਮਝਦੇ ਆ ਕਿ ਬਗੈਰ ਕਿਸੇ ਵਕੀਲ ਤੋਂ ਘਰ ਦੇ ਖਰਚੇ ਵੀ ਸੰਭਾਲ ਲਓਗੇ, ਸੱਟਾਂ ਦਾ ਇਲਾਜ ਵੀ ਕਰਾ ਲਓਗੇ ਤੇ ICBC ਤੋਂ ਆਪਣੇ ਹੱਕ ਦੇ ਪੈਸੇ ਵੀ ਲੈ ਲਓਗੇ। ਮੇਰੀ ਗੱਲ ਸੁਣੋ, ਕਾਰ ਐਕਸੀਡੈਂਟ ਤੋਂ ਬਾਅਦ ਕਈ ਸਵਾਲ ਉੱਠਦੇ ਆ, ਉਹਨਾਂ ਸਵਾਲਾਂ ਦਾ ਜਵਾਬ ਕੌਣ ਦੇਊਗਾ? ਧਾਮੀ ਨਾਰੰਗ ਐਂਡ ਕੰਪਨੀ। ਅੱਜ ਹੀ ਫੋਨ ਕਰੋ 604-864-6131। ਇੱਕ ਵਾਰ ਫਿਰ ਆਪ ਸਭ ਦਾ ਕਰਦਾ ਜੀ ਹਾਰਦਿਕ ਸਵਾਗਤ। ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਬਾਤ ਚੱਲ ਰਹੀ ਹੈ ਮੈਨੀ ਢਿੱਲੋਂ ਜੀ ਨਾਲ, ਜਿਹੜੇ ਕਿ ਸਾਨੂੰ ਦੱਸਿਆ ਉਹਨਾਂ ਨੇ ਕਿ ਕਿਸ ਤਰ੍ਹਾਂ ਜਿਹੜੇ ਚੇਂਜਸ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਵਿੱਚ ਲਿਆਂਦੇ ਗਏ ਨੇ, ਕਿੰਨਾ ਕੁ ਇਸ ਦਾ ਇੰਪੈਕਟ ਪੈ ਰਿਹਾ ਤੇ ਕਿਉਂ ਇਹ ਚੇਂਜਸ ਦੀ ਜ਼ਰੂਰਤ ਹੈ। ਦੂਸਰੇ ਪਾਸੇ ਬ੍ਰੇਕ ਤੋਂ ਪਹਿਲਾਂ ਮੈਂ ਇਹਨਾਂ ਨਾਲ ਇੱਕ ਜੋ ਗੱਲ ਕੀਤੀ ਸੀ, ਕਿਉਂਕਿ ਇਹ ਸਭ ਦੀ ਦਿਲਚਸਪੀ ਦੀ ਗੱਲ ਹੈ ਕਿ ਅੱਜ ਜਿਸ ਤਰੀਕੇ ਦੀ ਸਿਆਸਤ ਅਸੀਂ ਕਹਿੰਦੇ ਹਾਂ,
ਅਸੀਂ ਕਿਉਂ ਆਏ ਭਾਰਤ ਜਾਂ ਪਾਕਿਸਤਾਨ ਤੋਂ ਜਾਂ ਹੋਰ ਮੁਲਕਾਂ ਤੋਂ? ਕਿਉਂਕਿ ਸਿਸਟਮ ਵਿੱਚ ਖਰਾਬੀ ਸੀ। ਇੱਕ ਬੜਾ ਕਲੀਨ ਸਿਸਟਮ ਹੈ ਇੱਥੋਂ ਦਾ। ਪਰ ਜੋ ਇੱਥੇ ਅੱਜ ਚੱਲ ਰਿਹਾ ਹੈ, ਅਤੇ ਖਾਸ ਤੌਰ ਉੱਤੇ ਕਈ ਵਾਰੀ ਆਪਣੇ ਭਾਈਚਾਰਿਆਂ 'ਤੇ ਵੀ ਦੋਸ਼ ਲੱਗਦਾ ਹੈ ਕਿ ਇੱਕ ਮਾੜੀ ਸੋਚ, ਮਾੜੀ ਸਿਆਸਤ ਨੂੰ ਉਭਾਰਿਆ ਜਾ ਰਿਹਾ ਹੈ ਤੇ ਕਮਿਊਨਿਟੀ ਇਸ਼ੂਜ਼, ਕਮਿਊਨਿਟੀ ਦੇ ਮੁੱਦਿਆਂ ਨੂੰ ਸਿਰਫ ਗੱਲਾਂ ਤੱਕ ਹੀ ਸੀਮਤ ਕੀਤਾ ਜਾ ਰਿਹਾ ਹੈ। ਇਸ ਬਾਰੇ ਆਓ ਇਹਨਾਂ ਦਾ ਪ੍ਰਤੀਕਰਮ ਲੈਂਦੇ ਹਾਂ ਤੇ ਨਾਲ ਕੀ ਕੀਤਾ ਜਾ ਸਕਦਾ ਹੈ ਤਾਂ ਕਿ ਅਸੀਂ ਵੀ ਇੱਕ ਚੰਗੇ ਸਿਟੀਜ਼ਨ ਵਾਂਗੂ ਕੁਝ ਕੰਟਰੀਬਿਊਟ ਕਰ ਸਕੀਏ। ਜੀ ਮੈਨ ਜੀ। ਵੀਰ ਜੀ, ਪਹਿਲੀ ਗੱਲ ਤਾਂ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਮੈਂ ਪੋਲਿਟਿਕਸ 'ਚ ਖੜਾ ਨਹੀਂ ਹੋਣ ਲੱਗਿਆ। ਮੈਨੂੰ ਉਦੋਂ ਮੈਂ ਰੇਡੀਓ ਸਟੇਸ਼ਨ ਤੇ ਰੈਡ FM ਤੇ ਜੋ ਮੈਂ ਬਾਹਰ ਨਿਕਲਿਆ, ਮੈਨੂੰ 5 ਕਾਲਾਂ ਆਈਆਂ, ਭਾਜੀ ਅਨਾਉਂਸ ਕਦੋਂ ਕਰਨ ਲੱਗਿਆ? ਤੇ ਮੈਂ ਵੀਰ ਜੀ ਕੋਈ ਮੇਰੀ ਟੈਨਸ਼ਨ ਨਹੀਂ ਪੋਲਿਟਿਕਸ ਜਾਂਦੀ। ਆਮ ਵੈਰੀ with God's grace I'm very good, successful businessman. I look after that. ਦੂਜੀ ਗੱਲ, ਜਿਹੜੀ ਗੱਲ ਤੁਸੀਂ ਕੀਤੀ ਹੈ ਭਾਜੀ, ਪੰਜਾਬੀ ਪੋਲਿਟਿਕਸ ਸਾਡੀ ਵੱਧ ਚੁੱਕੀ ਹੈ। ਫੈਮਿਲੀ ਬੇਸ ਤੇ ਬਾੜਨ ਲੱਗੇ ਹਾਂ ਅਸੀਂ। ਹਾਂਜੀ, ਅਸੀਂ ਸਾਡੀ ਕਮਿਊਨਿਟੀ ਨੂੰ ਚਾਹੀਦਾ ਭਾਜੀ ਕੋਈ ਕੁਆਲੀਫਾਈਡ ਪਰਸਨ ਜਿਨ੍ਹਾਂ ਕੋਲੇ ਕੁਆਲੀਫਿਕੇਸ਼ਨ ਹੈ, ਨਾ ਕਿ ਉਹਨਾਂ ਲਈ ਜੌਬ ਹੋਵੇ। ਹਾਂਜੀ, ਮਤਲਬ ਕਿ ਜੇ ਤੁਸੀਂ ਕੁਆਲੀਫਾਈਡ ਬੰਦੇ ਉੱਥੇ ਭੇਜੋਗੇ, ਤੁਹਾਡੇ ਬੱਚਿਆਂ ਲਈ, ਤੁਹਾਡੇ ਰਿਲੀਜਨ ਲਈ, ਸਭ ਕਾਇ ਲਈ ਉਹ ਖੜਨਗੇ। ਜੇ ਤੁਸੀਂ ਭਾਜੀ ਇਹੀ ਸੋਚਣਾ ਵੀ ਮੈਨੂੰ ਤਾਂ ਇਹ ਜੌਬ ਚਾਹੀਦੀ ਹੈ ਤੇ ਅੱਜ ਇਲੈਕਟ ਹੋ ਗਏ ਤੇ ਗਾਂ ਵਾਲੇ 4 ਸਾਲ ਲਈ ਫਿਰ ਤੁਸੀਂ ਉਹੀ ਸੋਚਣਾ ਮੈਂ ਇਲੈਕਟ ਕਿੱਦਾਂ ਹੋਊਗਾ। ਹਾਂਜੀ, ਸਾਡੀ ਕ੍ਰੈਡੀਬਿਲਿਟੀ ਕਮਿਊਨਿਟੀ ਦੀ ਭਾਜੀ ਉੱਥੇ ਨਹੀਂ ਰਹੇਗੀ ਜਿਹੜੀ ਅੱਜ ਤੋਂ 10 ਸਾਲ ਪਹਿਲਾਂ ਸੀ। ਹਾਂਜੀ, ਅਸੀਂ 2-3 ਚੀਜ਼ਾਂ ਨਾ ਦਿੱਲੀ ਵਾਲੇ 에ਅਰਪੋਰਟ ਤੇ ਛੱਡ ਕੇ ਆਉਣ ਲੱਗੇ। ਇੱਕ ਲੋਇਲਟੀ ਤੇ ਇੱਕ ਥੋੜੀ ਜਿਹੀ ਸ਼ਰਮ। ਹਾਂਜੀ, ਅਸੀਂ ਤਾਂ ਸਭ ਬਸ ਆ ਗਏ ਇਹ ਸੋਚਦੇ ਹਾਂ ਵੀ 에ਅਰਪੋਰਟ ਤੋਂ ਉਤਰਨ ਸਾਰ ਵੀ ਮੇਅਰ ਲਈ ਖੜਾ ਹੋਣਾ ਤੇ ਕੌਂਸਲ ਲਈ ਖੜਾ ਹੋਣਾ ਤੇ ਇਹਦੇ ਲਈ ਖੜਾ ਹੋਣਾ। ਅਸੀਂ ਜੇ ਸੋਚਾਂਗੇ ਵੀ ਸਾਡੀ ਕਮਿਊਨਿਟੀ ਦਾ ਕੀ ਹੋ ਸਕਦਾ, ਹਾਂਜੀ, ਤਾਂ ਇਹ ਬੜਾ ਕੁਛ ਹੋ ਸਕਦਾ। ਤੁਸੀਂ ਵੇਖੋ ਸਾਡੇ ਜਿੰਨੇ MP ਆ, ਅਸੀਂ ਹਰੇਕ ਪਾਰਟੀ 'ਚ ਬੰਦੇ ਖੜੇ ਆ। ਮੈਂ ਤੁਹਾਨੂੰ ਪ੍ਰਾਈਮ ਐਗਜ਼ਾਮਪਲ ਦੇਣਾ, ਪਿਛਲੀ ਇਲੈਕਸ਼ਨ ਹੋਈ ਜਦੋਂ ਮੇਰੀ 3 ਰਾਈਡੀ ਤੇ ਡਿਊਟੀ ਲੱਗੀ ਸੀ, ਜਿਹੜੇ ਸਾਡੇ ਨਾਲ ਬੰਦੇ ਤੁਰੇ ਫਿਰਦੇ ਸੀ ਜੀ ਸਾਡੀ ਪਾਰਟੀਆਂ, ਉਹ ਜਦੋਂ ਦੂਜੀ ਪਾਰਟੀ ਦਾ ਬੰਦਾ ਜਿੱਤ ਗਿਆ, ਮੈਂ ਉਹਨਾਂ ਨੂੰ ਟੀਵੀ ਤੇ ਉੱਥੇ ਖੜੇ ਵੇਖਿਆ। ਹਾਂਜੀ ਜੀ, ਮਤਲਬ ਕਿ ਇੱਕ ਉਹ ਝੰਡਾ ਚੱਕੀ ਹੋ ਗਿਆ ਕੰਮ। ਹਾਂਜੀ, ਅਸੀਂ ਜੇਤੂ ਨਾਲ ਰਾਤੇ ਰਾਤ ਹੋ ਜਾਂਦੇ ਹਾਂ, ਫਿਰ ਦੂਜੇ ਨੂੰ ਕ੍ਰਿਟਿਸਾਈਜ਼ ਕਰਦੇ ਹਾਂ। ਅਸੀਂ ਕੋਈ ਵੀ ਬੰਦਾ ਸਟੈਪ ਲੈਂਦਾ ਹੈ, ਹੁਣ ਭਾਜੀ ਕੱਲ ਨੂੰ ਮੈਂ ਵੀ ਖੜਾ ਹੋਣਾ, ਕਿਸੇ ਗੱਲੋਂ ਮੈਂ ਖੜਾ ਤਾਂ ਹੋਣਾ ਨਹੀਂ, ਪਰ ਨਾਲ ਦੀ ਨਾਲ ਕਿੰਤੂ ਪਰੰਤੂ ਕਰਨ ਵਾਲੇ ਜ਼ਿਆਦਾ ਆ ਜਾਂਦੇ ਆ, ਨਾ ਕਿ ਬੰਦੇ ਦੀ ਕੁਆਲੀਫਿਕੇਸ਼ਨ। ਮੈਨੂੰ ਕਈ ਵਾਰੀ ਟੋੜਾ ਸਾਹਿਬ ਦੀ ਗੱਲ ਯਾਦ ਆਉਂਦੀ ਹੁੰਦੀ ਹੈ। ਉਹਨਾਂ ਨੂੰ ਕਿਸੇ ਨੇ ਜੋਗੀ ਸਾਹਿਬ ਬਾਰੇ ਕਿਹਾ, ਉਹ ਕਹਿੰਦੇ ਵੀ ਐਂ ਕਰਕੇ ਜੋਗੀ ਸਾਹਿਬ 'ਚ ਆਹ ਨੁਕਸ ਹੈ। ਉਹ ਕਹਿੰਦੇ ਯਾਰ ਤੁਸੀਂ ਹਰੇਕ ਬੰਦੇ ਦੀ ਮਾੜੀ ਚੀਜ਼ ਵੇਖ ਲੈਂਦੇ, ਉਹ ਬੰਦੇ 'ਚ ਇੱਕ ਗੁਣ ਵੇਖਿਆ, ਗੁਣ ਨੇ ਉਹ ਕਿਉਂ ਨਹੀਂ ਵੇਖਦੇ? ਉਹ ਬੰਦੇ ਨੇ ਅਮਰੀਕਾ ਦੇ 100,000 ਬੰਦੇ ਨੂੰ ਕਮਰਾ ਛਕਾਤਾ, ਤੁਹਾਡਾ ਘਰ ਦਾ ਇੱਕ ਬੰਦਾ ਮਰ ਨਹੀਂ ਸਕਦਾ। ਹਾਂਜੀ, ਬੜੀ ਤਕੜੀ ਗੱਲ ਕਹੀ ਉਹਨਾਂ ਨੇ। ਉਸ ਗੱਲ ਨੂੰ ਅਸੀਂ ਹਰੇਕ ਬੰਦੇ ਦੇ ਔਗੁਣ ਲੈ ਲੈਂਦੇ ਹਾਂ। ਸਾਡੀ ਕੌਮ 'ਚ ਇਹ ਹੈ ਵੀ ਅਸੀਂ ਪਹਿਲਾਂ ਗੁਣ ਨਹੀਂ ਵੇਂਦੇ। ਮੈਂ ਇਹੀ ਕਹਿਣਾ ਵੀ ਸਾਡੇ ਬੱਚੇ ਬੜੇ ਤੁਰੇ ਫਿਰਦੇ ਆ। ਕੋਈ ਪੋਲੀਟੀਸ਼ੀਅਨ ਤੁਹਾਡੇ ਕੋਲ ਆਉਂਦਾ, ਉਹਨੂੰ ਕਹੋ ਵੀ ਇਹਨਾਂ ਨੂੰ ਕਿਸੇ ਬੋਰਡ ਤੇ ਬਹਾਓ। ਅਸੀਂ ਜੇ ਵਾਲੰਟਰੀ ਵਰਕ ਨਹੀਂ ਕਰਦੇ। ਅਸੀਂ ਜੇ ਵਾਲੰਟਰੀ ਵਰਕ ਕਰਾਂਗੇ, ਕਿਸੇ ਬੋਰਡ ਤੇ ਬੈਠਾਂਗੇ, ਉੱਥੇ ਸਾਨੂੰ ਵਿੱਚ ਬੈਠਿਆਂ ਨੂੰ ਕਮ ਸੇ ਕਮ ਜੇ ਬੈਠਿਆਂ ਅਸੀਂ ਆਪਦੀ ਕਮਿਊਨਿਟੀ ਡਿਫੈਂਡ ਤਾਂ ਕਰਾਂਗੇ। ਸਾਡੇ ਕੋਲ ਵੀ ਬੈਡ ਮਾਊਥ ਕਰ ਰਿਹਾ। ਹਾਂਜੀ, ਕੋਈ ਟਾਈਮ ਸੇ ਭਾਜੀ ਮੈਂ 6 ਕਮੇਟੀਆਂ ਤੇ ਬੈਠਾ ਰਿਹਾ, ਐਬਸਫੋਰਡ ਸਕੂਲ ਉਹਦੇ ਤੇ ਸਕੂਲ ਬੋਰਡ ਤੇ ਵੀ ਬੈਠਾ, ਮੈਂ ਚੈਂਬਰ ਤੇ ਵੀ ਬੈਠਾ, ਮੈਂ ਪੁਲਿਸ ਐਡਵਾਈਜ਼ਰੀ ਕਮੇਟੀ ਤੇ ਬੈਠਾ। ਇਹ ਨਹੀਂ ਵੀ ਉੱਥੋਂ ਕੋਈ ਤਨਖਾਹ ਮਿਲਦੀ ਸੀ, ਲੇਕਿਨ ਵੋਲੰਟੀਅਰ ਕੰਮ ਸੀ ਕਿ ਰਿਪਰੈਜ਼ੈਂਟੇਸ਼ਨ ਕਮਿਊਨਿਟੀ ਦੀ ਹੁੰਦੀ ਹੈ ਤੇ ਵਾਕਈ 'ਚ ਕਮਿਊਨਿਟੀ ਦੇ ਮੁੱਦਿਆਂ ਨੂੰ ਦੱਸ ਸਕਦੇ। ਬਿਲਕੁਲ, ਉਹ ਜਿਹੜੇ ਬੰਦੇ ਕੁਆਲੀਫਾਈਡ ਹੈ, ਜਿਹੜੇ ਉਹ ਆਉਂਦੇ, ਉਹਨਾਂ ਬੰਦਿਆਂ ਨੂੰ ਤੁਸੀਂ ਅੱਗੇ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਪਤਾ ਕੀ ਕਰ ਸਕਦੇ ਆ। ਜੇ ਤੁਸੀਂ ਹਾਂ ਕਰਕੇ ਵੀ ਨਹੀਂ ਮੇਰੀ ਕੁਆਲੀਫਿਕੇਸ਼ਨ ਤਾਂ ਕੋਈ ਨਹੀਂ ਵੀ ਹਾਂਜੀ, ਉਹ ਮੈਂ ਤੁਹਾਨੂੰ ਇੱਕ ਪ੍ਰਾਈਮ ਐਗਜ਼ਾਮਪਲ ਦੇਣਾ। ਮੈਨੂੰ ਉੱਥੇ ਕਿਸੇ ਨੇ ਇੰਡੀਆ ਪੁੱਛਿਆ ਵੀ ਯਾਰ ਤੁਸੀਂ ਤੁਹਾਡੇ ਪੋਲੀਟੀਸ਼ੀਅਨ ਕਿਉਂ ਉੱਥੇ ਐਂ ਖੜੇ ਹੁੰਦੇ ਆ? ਉਹ ਕਹਿੰਦੇ ਜੀ ਵੀ ਮੋਸਟਲੀ ਸਾਡੇ ਤਾਂ ਇੱਥੇ ਆ ਕੇ ਦਿੱਲੀ ਆ ਕੇ ਜਿਪਸੀਆਂ ਲੈਣ ਦੇ ਮਾਰੇ ਤੇ ਰੈਸਟ ਹਾਊਸ ਲੈਣ ਦੇ ਮਾਰੇ ਖੜੇ ਹੁੰਦੇ ਆ। ਹਾਂਜੀ, ਤੇ ਜੇ ਤੁਸੀਂ ਇਹਨਾਂ ਚੀਜ਼ਾਂ ਖਾਤਰ ਪੰਜਾਬ ਜਾ ਕੇ ਦਿਖਾਵਾ ਹੀ ਕਰਨਾ ਹੈ, ਆਈ ਡੋਂਟ ਥਿੰਕ ਸੋ। ਐਬਸੋਲੂਟਲੀ। ਸੋ ਹੁਣ ਮਨਜੀਤ ਜੀ, ਹੁਣ ਸਵਾਲ ਇਹ ਆਉਂਦਾ ਹੈਗਾ ਕਿ ਆਉਣ ਵਾਲਾ ਸਮਾਂ, ਖਾਸ ਤੌਰ 'ਤੇ ਅਸੀਂ ਨੌਜਵਾਨ ਪੀੜ੍ਹੀ ਦੀ ਜਦੋਂ ਗੱਲ ਕਰਨੇ ਆ, ਉਹ ਇੱਕ ਸਾਡੇ ਤੋਂ ਟੁੱਟ ਰਹੀ ਹੈ। ਆਫ ਕੋਰਸ ਜਨਰੇਸ਼ਨ ਗੈਪ ਹਮੇਸ਼ਾ ਹੀ ਰਿਹਾ, ਲੇਕਿਨ ਜਿਸ ਤਰੀਕੇ ਦਾ ਜੋ ਅੱਜ ਉਹ ਬੱਚੇ ਸਾਡੇ ਆਲੇ ਦੁਆਲੇ ਦੇਖ ਰਹੇ ਨੇ, ਸਮਾਜ ਦੇ ਵਿੱਚ ਜੋ ਅਸੀਂ ਕਰ ਰਹੇ ਹਾਂ, ਇੱਕ ਬੜਾ ਨੈਗੇਟਿਵ ਪ੍ਰਭਾਵ ਉਹਨਾਂ 'ਤੇ ਜਾ ਰਿਹਾ ਹੈਗਾ। ਤੁਸੀਂ ਕੀ ਮਹਿਸੂਸ ਕਰਦੇ ਹੋ? ਕਿਉਂਕਿ ਅਲਟੀਮੇਟਲੀ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਸਰਕਾਰ ਨਾਲ ਜੁੜੇ ਹੋਏ ਹੋ, ਬਹੁਤ ਸਾਰੇ ਮੁੱਦੇ ਤੁਹਾਡੇ ਸਾਹਮਣੇ ਆਏ। ਜਦੋਂ ਅਸੀਂ ਕਹਿੰਦੇ ਨੇ ਜੀ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ, ਜਿਸ ਤਰੀਕੇ ਦੇ ਫਰਾਡਸ ਆਉਂਦੇ ਨੇ, ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ ਕਿ ਅਸੀਂ ਕਿਸ ਲੈਵਲ ਤੱਕ ਪਹੁੰਚ ਗਏ ਹੈਗੇ ਆ। ਸੋ ਅਲਟੀਮੇਟਲੀ ਇੱਕ ਗੱਲ ਆਉਂਦੀ ਹੈ ਕਿ ਹੁਣ ਆਸ ਕਰਦੇ ਕਿ ਆਉਣ ਵਾਲੇ ਸਮੇਂ ਵਿੱਚ ਵੀ, ਕਿਉਂਕਿ ਆਪੋਜੀਸ਼ਨ ਇਹਨਾਂ ਇਸ਼ੂਜ਼ ਨੂੰ ਉਭਾਰ ਤਾਂ ਦਿੰਦੀ ਹੈ, ਪਰ ਸਰਕਾਰੀ ਪੱਖ ਤੋਂ ਉਹ ਜਿਹੜਾ ਸਹੀ ਆਨਸਰਸ ਨੇ ਉਹ ਨਹੀਂ ਪਹੁੰਚ ਸਕਦੇ ਸੀ। ਸੋ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਹ ਇਸ਼ੂਜ਼ ਨੂੰ ਅੱਗੇ ਲੈ ਕੇ ਆਓਗੇ ਤੇ ਨਾਲ ਕਮਿਊਨਿਟੀ ਨੂੰ ਵੀ ਜਾਗਰਿਤ ਕਰੋਗੇ ਕਿ ਸਾਡੇ ਮੁੱਦੇ ਕੀ ਨੇ, ਕਿਹੜੇ ਉਹ ਚੀਜ਼ਾਂ ਨੇ ਜਿਨ੍ਹਾਂ 'ਤੇ ਸਾਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ। ਹੁਣ ਸਵਾਲ ਇਹ ਆਉਂਦਾ ਹੈਗਾ ਕਿ ਐਜੂਕੇਟਿਡ ਕਲਾਸ ਜਿਹੜੀ ਆ ਰਹੀ ਹੈਗੀ ਜੀ, ਅਲਟੀਮੇਟਲੀ ਇੱਕ ਹਰ ਇੱਕ ਕੋਈ ਚਾਹੁੰਦਾ, ਸਟਰੋਂਗ ਇਕੋਨਮੀ ਚਾਹੁੰਦਾ ਹੈ, ਜੌਬਸ ਹੋਣ, ਖੁਸ਼ਹਾਲੀ ਜਿਹੜਾ ਇਸੀ ਕਰਕੇ ਅਸੀਂ ਆਏ, ਨਹੀਂ ਤਾਂ ਹਿੰਦੁਸਤਾਨ ਕੋਈ ਮਾੜਾ ਥੋੜ੍ਹਾ ਹੈਗਾ। ਸੋ ਉਹਦੇ ਕਰਕੇ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਇਸ ਸਰਕਾਰ ਵੱਲੋਂ ਇਕੋਨਮੀ ਦੇ ਸੰਬੰਧ ਵਿੱਚ ਕੀ ਕੁਝ ਹੋਰ ਕੀਤਾ ਜਾ ਰਿਹਾ, ਕਿਉਂਕਿ ਅਲਟੀਮੇਟਲੀ ਰਿਸੈਸ਼ਨ ਵਿੱਚੋਂ ਤਾਂ ਬੜੇ ਚੰਗੇ ਤਰੀਕੇ ਨਾਲ ਕੱਢ ਲਿਆ, ਪਰ ਕੀ ਹੁਣ ਬੈਲੈਂਸ ਬਜਟ ਦੀ ਵੀ ਗੱਲ ਆ ਰਹੀ, ਕੀ ਉਹ ਆ ਰਿਹਾ ਹੈ ਤੇ ਉਸ ਦੇ ਨਾਲ ਨਾਲ ਹੋਰ ਕੀ ਸਟੈਪਸ ਲਏ ਜਾ ਰਹੇ ਨੇ?
ਭਾਜੀ 2015 ਚ ਬੈਲੈਂਸ ਬਜਟ ਆਉਣਾ ਹੀ ਆਉਣਾ ਹੈ। ਹਾਂਜੀ, ਇੱਕ ਗੱਲ ਮੈਂ ਥੋੜੀ ਜਿਹੀ ਬੈਕ ਕਰਦੇ ਹਾਂ ਵੀ ਜਿਹੜੀ ਆਪੋਜੀਸ਼ਨ ਹੁੰਦੀ ਹੈ, ਅਸੀਂ ਵੀ ਆਪੋਜੀਸ਼ਨ 'ਚ ਰਹੇ ਹਾਂ ਜੀ ਜੀ। ਇਹਨਾਂ ਦਾ ਕੰਮ ਹੁੰਦਾ ਕ੍ਰਿਟਿਸਾਈਜ਼ ਕਰਨਾ, ਕੋਈ ਫੈਕਟ ਨਹੀਂ, ਕਿਉਂਕਿ ਕਦੇ ਤੁਸੀਂ ਕੋਈ ਆਪੋਜੀਸ਼ਨ ਦਾ ਬੰਦਾ ਗਵਰਨਮੈਂਟ ਦਾ ਥੈਂਕ ਯੂ ਤੇ ਪ੍ਰਸ਼ੰਸਾ ਨਹੀਂ ਕਰੂਗਾ, ਹਮੇਸ਼ਾ ਕ੍ਰਿਟਿਸਾਈਜ਼ ਕਰਨਗੇ। ਸੋ ਆਪੋਜੀਸ਼ਨ ਇਜ਼ ਆਪੋਜੀਸ਼ਨ। ਮੈਨੂੰ ਉਹਨਾਂ ਦੀ ਬਰੀ ਨਹੀਂ, ਮੈਨੂੰ ਤਾਂ ਇਹ ਬਰੀ ਹੁੰਦੀ ਹੈ ਵੀ ਸਾਡੀ ਪਾਰਟੀ ਕੀ ਕਰ ਰਹੀ ਹੈ, ਸਾਡੀ ਕਮਿਊਨਿਟੀ ਲਈ, ਸਾਡੇ ਬੱਚਿਆਂ ਲਈ, ਹੋਰ ਸਾਰੇ ਕੰਟਰੀ ਲਈ ਕਰ ਰਹੀ। ਪਹਿਲੀ ਗੱਲ ਭਾਜੀ, ਜੋ ਵੀ ਸਰਪਲਸ ਅਗਲੀ ਆਇਆ ਬਜਟ 2015 ਚ ਸਰਪਲਸ ਗਵਰਨਮੈਂਟ ਲੈ ਕੇ ਆਊਗੀ, ਦੇ ਆਰ ਵੈਰੀ ਕਲੋਜ਼ ਟੂ ਦਿਸ ਈਅਰ। ਉਹ ਜਿਸ ਤਰ੍ਹਾਂ ਵੀ ਵੰਡਿਆ ਜਾਊਗਾ, ਅਸੀਂ ਉਹ ਸਟੈਪ ਲੈਣੇ ਆ ਜਿੱਥੇ ਕਿ ਟੈਕਸ ਨਾ ਵਧੇ। ਜਿਵੇਂ ਟਰੂਡੋ ਸਾਹਿਬ ਨੇ ਕਿਹਾ, ਕਹਿੰਦਾ ਜੀ ਬੈਲੈਂਸ ਦਾ ਆਪੇ ਬਜਟ ਦਾ ਆਪੇ ਬੈਲੈਂਸ ਹੋ ਜਾਂਦਾ। ਆਪੇ ਬੈਲੈਂਸ ਕੁਝ ਵੀ ਨਹੀਂ ਹੁੰਦਾ, ਆਪੇ ਕੁਛ ਹੁੰਦਾ ਹੋਵੇ ਤਾਂ ਵਾਹਿਗੁਰੂ ਕਰਦਾ, ਹੋਰ ਨਹੀਂ ਕੋਈ ਕਰਦਾ। ਤੇ ਇਸ ਕਰਕੇ ਗਵਰਨਮੈਂਟ ਨੇ ਜਿੰਨੇ ਵੀ ਟਫ ਡਿਸੀਜਨ ਲਏ ਸੀ ਉਹ ਹੌਲੀ ਹੌਲੀ ਸਾਰੇ ਦੂਰ ਹੋ ਰਹੇ ਆ ਭਾਜੀ। ਗਵਰਨਮੈਂਟ ਫੰਡਿੰਗ ਦੇ ਰਹੀ ਹੈ। ਹੁਣ ਤੁਸੀਂ ਵੇਖੋ ਵੀ $15,000 ਗਵਰਨਮੈਂਟ ਟ੍ਰੇਨਿੰਗ ਲਈ ਦੇ ਰਹੀ ਹੈ। ਜੇ ਕਿਸੇ ਨੇ ਟ੍ਰੇਨ ਕਰਨਾ, ਗਵਰਨਮੈਂਟ ਪ੍ਰੋਵਿੰਸ਼ੀਅਲ ਵੀ $5,000 ਪਾਵੇ, $10,000 ਗਵਰਨਮੈਂਟ ਦੇ ਰਹੀ ਹੈ। ਜਿਹੜੇ ਬੱਚੇ ਟ੍ਰੇਨ ਹੁੰਦੇ ਆ, ਸਪੋਰਟ ਕਰ ਰਹੇ ਆ। ਯੂਥ ਦੀ ਜਿਹੜੀ ਜੌਬ ਹੈ ਉਹਦੇ ਲਈ ਵੀ ਗਵਰਨਮੈਂਟ ਬੜਾ ਕੁਛ ਕਰ ਰਹੀ ਹੈ। ਬੜੀ ਫੰਡਿੰਗ ਤੁਸੀਂ ਗਵਰਨਮੈਂਟ ਅੱਗੇ ਲੈ ਕੇ ਆ ਰਹੀ ਹੈ। ਹੌਲੀ ਹੌਲੀ ਵੇਖੋ ਗਾਂ ਵਾਲੇ 6 ਮਹੀਨਿਆਂ 'ਚ ਕਿਉਂ ਕੀ ਹੋ ਰਿਹਾ। ਆਦੇ ਹੁੰਦੇ ਆ ਭਾਜੀ, ਬਾਹਰਲੇ ਲੋਕ ਤੁਹਾਡੀ ਕਦਰ ਕਰਦੇ, ਆਪਣੇ ਕੰਟਰੀ ਦੀ, ਸਾਡੀ ਗਵਰਨਮੈਂਟ ਦੀ, ਬਾਹਰਲੀਆਂ ਗਵਰਨਮੈਂਟਾਂ ਜਿਹੜੀਆਂ ਦੂਜੀ ਕੰਟਰੀ ਆਸਟ੍ਰੇਲੀਆ ਸਭ, ਉਹ ਬੜੀ ਰਿਸਪੈਕਟ ਕਰਦੇ ਆ। ਹਾਂਜੀ, ਘਰ ਦੇ ਕਦੇ ਰਿਸਪੈਕਟ ਨਹੀਂ ਕਰਦੇ ਬੰਦੇ ਦੀ, ਬਾਹਰਲੇ ਬੰਦੇ ਰਿਸਪੈਕਟ ਕਰਦੇ ਆ। ਇਸ ਕਰਕੇ ਵੀ ਮਸਟ ਬੀ ਡੂਇੰਗ ਸਮਥਿੰਗ ਰਾਈਟ। ਹਾਂਜੀ, ਪਰ ਗਵਰਨਮੈਂਟ ਬੜਾ ਕੁਛ ਅੱਗੇ ਆ ਰਿਹਾ, ਪਰ ਥੋੜਾ ਜਿਹਾ ਧੀਰਜ ਰੱਖੋ। ਮੈਂ ਤਾਂ ਸੰਗਤ ਨੂੰ ਇਹ ਕਹੂੰਗਾ, ਤੁਹਾਡੇ ਦਰਸ਼ਕਾਂ ਨੂੰ, ਵੀ ਵੇਖੋ ਅੱਗੇ ਅੱਗੇ ਜਾ ਕੀ ਹੁੰਦਾ। ਇਸ ਪ੍ਰਾਈਮ ਮਿਨਿਸਟਰ ਦੀ, ਇਸ ਪਾਰਟੀ ਦੀ ਬੜੀ ਰਿਸਪੈਕਟ ਹੈ। ਤੇ ਅਖੀਰਲੀ ਗੱਲ ਮੈਂ ਇਹ ਕਹੂੰਗਾ ਵੀ ਜਿੱਥੋਂ ਮਰਜ਼ੀ ਅੰਕੜੇ ਕਢਾ ਲਓ ਆਪੋਜੀਸ਼ਨ ਤੋਂ, ਜੋ ਇਮੀਗ੍ਰੇਸ਼ਨ ਲਈ ਸਾਡੀ ਪਾਰਟੀ ਨੇ ਕੀਤਾ ਹੈ, ਨਾ ਲਿਬਰਲ ਨੇ ਕੀਤਾ ਤੇ ਐਨਡੀਪੀ ਤਾਂ ਹਾਲ ਤੱਕ ਰਾਜ 'ਚ ਨਹੀਂ ਆਈ, ਤੇ ਜੋ ਹੋਣਗੇ ਤਾਂ ਉਦੋਂ ਬਾਅਦ ਗਾਹਾਂ ਵੇਖੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਪਰਸਪੈਕਟਿਵ ਦੇਣ ਲਈ, ਤੇ ਇਹ ਜੋ ਫੈਕਚੁਅਲ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਹੈ, ਤੇ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਮੁੱਦਿਆਂ ਦੇ ਉੱਤੇ ਕੰਮ ਹੋ ਰਿਹਾ ਉਸ ਦੇ ਨਾਲ ਆਪਣੇ ਦਰਸ਼ਕਾਂ ਨੂੰ ਜ਼ਰੂਰ ਅਸੀਂ ਜਾਗਰੂਕ ਕਰਾਂਗੇ। ਥੈਂਕ ਯੂ ਵੈਰੀ ਮਚ। ਥੈਂਕ ਯੂ, ਰੀਅਲੀ ਅਪਰੀਸ਼ੀਏਟ। ਥੈਂਕ ਯੂ।